ਦੋਸਤੋ ਅਸਲਾਮ ਵਾਲੇਕੁਮ। ਮੈਂ ਲਿਆਕਤ, ਤੁਸੀਂ ਵੇਖ ਰਹੇ ਹੋ ਮੇਰੇ YouTube ਚੈਨਲ। ਸੀਸੀਡੀ ਦੀ ਸਰਗੋਧਾ ਦੇ ਵਿੱਚ ਬੜੀ ਵੱਡੀ ਕਾਰਵਾਈ। ਦੋ ਡਕੈਤ ਸੀਸੀਡੀ ਮੁਕਾਬਲੇ ਦੇ ਵਿੱਚ ਪਾਰ ਹੋਏ ਨੇ ਔਰ ਗੁਜਰਾਤ ਦੇ ਵਿੱਚ ਗੁਲਾਮ ਸ਼ਬੀਰ ਡੋਗਾ ਦੇ ਡੇਰੇ ਤੇ ਸੀਸੀਡੀ ਦਾ ਸਰਚ ਆਪਰੇਸ਼ਨ ਔਰ ਕਿਤਨੇ ਬੰਦੇ ਗ੍ਰਿਫਤਾਰ ਹੋਏ ਨੇ। ਓਵਰਆਲ ਇਸੇ ਟੌਪਿਕ ਤੇ ਅੱਜ ਤੁਹਾਡੇ ਨਾਲ ਗੱਲਬਾਤ ਹੋਏਗੀ। ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਬਟਨ ਨੂੰ ਪ੍ਰੈਸ ਕਰੋ ਔਰ ਵੀਡੀਓ ਨੂੰ ਸ਼ੇਅਰ ਕਰੋ। ਸਰਗੋਧਾ ਦੇ ਵਿੱਚ ਜਿਹੜੀ ਸੀਸੀਡੀ ਨੇ ਕਾਰਵਾਈ ਕੀਤੀ ਹੈ, ਦੋ ਡਕੈਤ ਜਨਾਬ, ਇਹਨਾਂ ਦਾ ਜਿਹੜਾ ਤਾਲੁਕ ਹੈ ਸੀ, ਇੱਕ ਸ਼ਾਹੂ ਵਾਲੀ ਦਾ ਰਹਿਣ ਵਾਲੇ ਸੀ ਔਰ ਇਹ ਇੱਕ ਸ਼ਾਹਪੁਰ ਦਾ ਰਹਿਣ ਵਾਲਾ ਸੀ ਜਨਾਬ। ਇਹਨਾਂ ਦੇ ਉੱਤੇ ਤਕਰੀਬਨ ਕਾਫੀ ਮੁਕੱਦਮੇ ਹੈ ਸੀ, ਜਿਹਦੇ ਵਿੱਚ ਜਨਾਬ ਇਕਦਾਮ ਕਤਲ ਤੱਕ ਹੈ ਸੀ। ਜੀ ਦੋਸਤੋ, ਮੁਲਤਾਨ ਰੋਡ ਚੱਕ 93 ਦੇ ਕਰੀਬ ਜਨਾਬ ਇਹ ਰਾਤ ਨੂੰ ਸੀਸੀਡੀ ਮੁਕਾਬਲਾ ਹੋਇਆ, ਜਿਹਦੇ ਵਿੱਚ ਇਹ ਦੋ ਡਕੈਤ ਜਿਹੜੇ ਨੇ ਇਹ ਪਾਰ ਹੋਏ ਨੇ। ਇਹਨਾਂ ਦੀ ਸ਼ਨਾਖਤ ਕੁਛ ਇਸ ਤਰ੍ਹਾਂ ਜਨਾਬ। ਅਹਿਮਦ ਰਜ਼ਾ ਸ਼ਾਹ ਵਲਦ ਨਾਸਿਰ ਸ਼ਾਹ ਕੁਰੇਸ਼ੀ ਸਿਕਨਾ ਸੁਲਤਾਨਪੁਰ ਔਰ ਹਾਲ ਹੀ ਦੇ ਵਿੱਚ ਮੁਕੀਮ ਜਿਹੜੇ ਸ਼ਾਹਪੁਰ ਦੇ ਵਿੱਚ ਸ਼ਿਫਟ ਹੋਏ ਨੇ। ਔਰ ਦੂਸਰਾ ਮੁਲਜ਼ਮ ਡਕੈਤ ਜਿਹੜਾ ਹੈ ਸੀ ਜਨਾਬ, ਉਹ ਮਜ਼ਹਰ ਵਲਦ ਆਸ਼ਿਕ ਕੌਮ ਮਾਛੀ ਸਿਕਨਾ ਸ਼ਾਹੂ ਵਾਲੀ, ਇਹ ਉੱਥੋਂ ਦਾ ਰਹਿਣ ਵਾਲਾ ਸੀ ਜਨਾਬ। ਜੀ ਦੋਸਤੋ, ਇਹ ਜਿਹੜੇ ਡਕੈਤ ਮਾਰੇ ਗਏ ਤੇ ਬੜਾ ਭਾਈ ਜੰਗ ਦੇ ਵਿੱਚ 302 ਦੇ ਮੁਕੱਦਮੇ ਦੇ ਵਿੱਚ ਜੇਲ੍ਹ ਕੱਟ ਰਿਹਾ ਸੀ ਔਰ ਮੁਦਈ ਪਾਰਟੀ ਨੇ 80 ਲੱਖ ਰੁਪਇਆ ਸੁਲ੍ਹਾ ਕਰਨ ਮੰਗਿਆ ਸੀ। ਇਤਨੀ ਜ਼ਿਆਦਾ ਰਕਮ ਇਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਔਰ ਇਸ ਤਰ੍ਹਾਂ ਜਨਾਬ ਇਹ ਜਿਹੜਾ ਇਹਦਾ ਭਾਈ ਛੋਟਾ ਹੈ ਜਨਾਬ ਅਹਿਮਦ ਸ਼ਾਹ, ਇਸ ਨੇ ਡਕੈਤੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਇਰਦ ਗਿਰਦ ਜਨਾਬ। ਇਸ ਮਜ਼ਹਰ ਨੂੰ ਨਾਲ ਰਲਾ ਕੇ ਇਹਨਾਂ ਨੇ ਡਕੈਤੀਆਂ ਸ਼ੁਰੂ ਕਰ ਦਿੱਤੀਆਂ ਜਨਾਬ। ਜਦੋਂ ਸੀਸੀਡੀ ਨੇ ਇਹਨਾਂ ਦੀ ਤਫਤੀਸ਼ ਕੀਤੀ, ਲਿੱਤਰ ਪੌਲਾ ਹੋਇਆ, ਤਾਂ ਉਦੋਂ ਇਹਨਾਂ ਨੇ ਕਈ ਡਕੈਤੀਆਂ ਮੰਨੀਆਂ ਜਨਾਬ। ਇੱਕ ਬੱਚਾ ਇਹਨਾਂ ਨੇ ਸ਼ਾਹਪੁਰ ਦੇ ਵਿੱਚੋਂ ਅਹਿਮਦ ਸ਼ਾਹ ਆਪਣੇ ਰਿਸ਼ਤੇਦਾਰਾਂ ਦਾ ਇੱਕ ਬੱਚਾ ਗਵਾ ਕੀਤਾ ਸੀ, ਜਿਹੜਾ ਕੁਝ ਦਿਨ ਰੱਖ ਕੇ ਸ਼ਹਿਰ ਸਰਗੋਧਾ ਦੇ ਵਿੱਚ ਇਹਨਾਂ ਨੇ ਬੱਚਾ ਕਿਡਨੈਪ ਕੀਤੀ ਰੱਖਿਆ ਔਰ 60 ਲੱਖ ਤਾਵਾਨ ਦੀ ਡਿਮਾਂਡ ਕੀਤੀ। ਔਰ ਬਾਅਦ ਦਫਾ ਸੁਣਨੇ 'ਚ ਆ ਰਿਹਾ ਸੀ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਤੁਹਾਡੀ ਹੈਲਪ ਕਰਨੇ ਆ, 30 ਲੱਖ ਤੁਸੀਂ ਦੇ ਦਿਓ। ਇਹਦੇ ਜਿਹੜੇ ਰਿਸ਼ਤੇਦਾਰ ਸੀ ਅਹਿਮਦ ਸ਼ਾਹ ਦੇ, ਔਰ 30 ਲੱਖ ਅਸੀਂ ਦੇ ਦਿੰਦੇ ਹਾਂ। ਬਾਅਦ ਦੇ ਵਿੱਚ ਪੁਲਿਸ ਨੂੰ ਸ਼ੱਕ ਪੈ ਗਿਆ ਸੀ ਇਹਨਾਂ 'ਤੇ ਕਿ ਇਹੀ ਮੁਲਜ਼ਮ ਹੈ। ਔਰ ਇੱਕ ਹੋਰ ਕਤਲ ਜਨਾਬ ਵਿਜਨ ਦੇ ਵਿੱਚ 1-2 ਮਹੀਨੇ ਪਹਿਲੇ ਇੱਕ ਵੈਟਰਨਰੀ ਡਾਕਟਰ ਕਤਲ ਹੋਇਆ ਔਰ ਉਹ ਵੀ ਇਹ ਕਤਲ ਇਹਨਾਂ ਹੀ ਕੀਤਾ ਸੀ ਜਨਾਬ, ਇਹ ਮੰਨ ਗਏ ਸੀ। ਔਰ ਇਸ ਗੈਂਗ ਦੇ ਵਿੱਚ ਜਨਾਬ ਅਹਿਮਦ ਸ਼ਾਹ ਦਾ ਵਾਲਿਦ ਹੀ ਮੁਲਵਿਸ ਹੈ ਸੀ ਔਰ ਜੋ ਕਾਰਵਾਈਆਂ ਹੋ ਰਹੀਆਂ ਸੀ ਉਹਨਾਂ ਨੂੰ ਇਸ ਦਾ ਪਤਾ ਹੈ। ਜੀ ਦੋਸਤੋ, ਇਹ ਜਿਹੜੇ ਮੁਲਜ਼ਮ ਡਕੈਤ ਹੈ ਸਨ ਮਜ਼ਹਰ ਔਰ ਅਹਿਮਦ ਸ਼ਾਹ, ਇਹਨਾਂ ਦੀ ਇਤਨੀ ਜ਼ਿਆਦਾ ਉਮਰ ਨਹੀਂ ਹੈ, ਲੇਕਿਨ ਇਹਨਾਂ ਦੇ ਕਾਰਨਾਮੇ ਦੇਖ ਰਹੇ ਹੋ ਬੜਾ ਅਫਸੋਸ ਹੋ ਰਿਹਾ ਹੈ ਕਿ ਇਤਨੀ ਛੋਟੀ ਉਮਰ ਦੇ ਵਿੱਚ ਇਤਨੀ ਹੈ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਨੇ। ਇਹਨਾਂ ਦੇ ਵਾਲਿदैन ਨੇ ਇਹਨਾਂ ਨੂੰ ਕੋਈ ਸਬਕ ਤੱਕ ਨਹੀਂ ਸਿਖਾਇਆ ਕਿ ਇਹ ਤੁਸੀਂ ਗਲਤ ਕਰ ਰਹੇ ਹੋ, ਠੀਕ ਕਰ ਰਹੇ ਹੋ, ਔਰ ਇਹ ਕੈਫੇ ਕਿਰਦਾਰ ਤੱਕ ਪਹੁੰਚ ਰਹੇ। ਅੱਛਾ, ਦੂਸਰੀ ਜਿਹੜੀ ਆਪਦੇ ਜੀ ਗੁਜਰਾਤ ਦੇ ਵਿੱਚ ਗੁਲਾਮ ਸ਼ਬੀਰ ਡੋਗਾ ਦੇ ਡੇਰੇ ਤੇ ਜਿਹੜੇ ਕਈ ਐਸੀ ਵਾਰਦਾਤਾਂ ਕਰਕੇ ਜਨਾਬ ਉਹਨਾਂ ਨੇ ਉੱਥੇ ਰਿਹਾਇਸ਼ ਰੱਖੀ ਹੋਈ। ਮੁਲਜ਼ਮ ਨਜਮ ਉਲ ਹਸਨ, ਇਹ ਗੁਲਾਮ ਸ਼ਬੀਰ ਦਾ ਬੇਟਾ ਹੈ ਜਨਾਬ। ਇਹ ਆਪਣੇ ਸਾਥੀਆਂ ਦੇ ਹਮਰਾਹ 1 to 5 ਤੇ ਜਨਾਬ ਗੁਲਾਮ ਸ਼ਬੀਰ ਡੋਗਾ ਦੇ ਡੇਰੇ ਤੇ ਗਿਆ ਹੈ ਔਰ ਇਸ ਦੇ ਨਾਲ 2 ਹੋਰ ਵੀ ਮੁਲਵਿਸ ਹੈ ਸਨ ਮੁਲਜ਼ਮ ਜਿਹੜੇ ਸ਼ਾਮਿਲ ਆਏ। ਨਜਮੁਲ ਹਸਨ ਦੇ ਪਿੱਛੇ 2 ਬੰਦੇ ਹੋਰ ਬੈਠੇ ਸੀ ਜਿਹੜੇ ਵੀ ਉਹ ਵੀ ਜਰਾਇਮਸ਼ੁਦਾ ਹੈ ਸੀ। ਜੀ ਸੀਸੀਡੀ ਪੰਜਾਬ ਪੁਲਿਸ ਨੂੰ ਮੁਖਬਰੀ ਹੋਈ ਕਿ ਇਸ ਵਕਤ ਗੁਲਾਮ ਸ਼ਬੀਰ ਡੋਗਾ ਦੇ ਡੇਰੇ ਤੇ ਕਾਫੀ ਬੰਦੇ ਜਿਹੜੇ ਕਿਡਨੈਪਰ ਹਨ ਜਾਂ ਮੁਲਜ਼ਮ ਹਨ, ਇਸ਼ਤਿਹਾਰੀ ਹਨ, ਉਹ ਇਸ ਟਾਈਮ ਮੌਜੂਦ ਹਨ। ਆਮਿਰ ਸ਼ਰਾਜ਼ੀ ਸਾਹਿਬ DSP ਸੀਸੀਡੀ ਹਨ ਜਨਾਬ, ਉਹਨਾਂ ਨੇ ਸਾਰੇ ਥਾਣੇ ਦੇ ਵਿੱਚ ਨਫਰੀ ਲੈ ਕੇ ਰੇਡ ਕਰਨ ਦੀ ਪਲਾਨਿੰਗ ਕੀਤੀ ਔਰ ਉਹ ਉਸ ਪਿੰਡ ਪਹੁੰਚ ਗਏ ਔਰ ਇਹ ਮੁਖਬਰੀ ਹੋ ਗਈ ਨਜਮੁਲ ਹਸਨ ਨੂੰ ਕਿ ਸੀਸੀਡੀ ਪੁਲਿਸ ਨੇ ਰੇਡ ਕਰ ਦਿੱਤਾ ਹੈ। ਉਹ ਉਸ ਟਾਈਮ ਫੌਰਨ ਰਫੂ ਚੱਕਰ ਹੋਇਆ ਔਰ ਫਰਾਰ ਹੋਣ ਵਿੱਚ ਕਾਮਯਾਬ। ਉਸ ਦੇ ਨਾਲ ਜਿਹੜੇ 2 ਸਾਥੀ ਐਸੇ ਹਨ ਉਹ ਵੀ ਫਰਾਰ ਹੋ ਗਏ ਹਨ। ਪਿੱਛੇ ਗੁਲਾਮ ਸ਼ਬੀਰ ਔਰ ਉਸ ਦਾ ਇੱਕ ਗਾਰਡ ਹੈ ਸੀ ਔਰ ਇੱਕ ਅਲੀ ਨਾਂ ਦਾ ਬੇਟਾ ਹੈ ਸੀ ਉਹਦਾ। ਔਰ ਸੀਸੀਡੀ ਪੁਲਿਸ ਨੇ ਉਸ ਟਾਈਮ ਅਨਾਊਂਸਮੈਂਟ ਕੀਤੀ ਕਿ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿਓ। ਯਾਦ ਰਹੇ, ਮੁਲਜ਼ਮ ਗੁਲਾਮ ਸ਼ਬੀਰ ਡੋਗਾ 1981, 1996, 1999, 2004, 2011 ਇਹਨਾਂ 10-12 ਮੁਕੱਦਮਿਆਂ ਦੇ ਵਿੱਚ ਮੁਲਵਿਸ ਹੈ ਸੀ। 302 ਦੇ ਜਿਹੜੇ ਇਕਦਾਮ ਕਤਲ 302 ਦੇ ਮੁਕੱਦਮੇ ਵੀ ਉਸ 'ਤੇ ਬਹੁਤ ਜ਼ਿਆਦਾ ਹੈ ਸੀ। ਕੁਛ ਮੁਕੱਦਮੇ 302 ਦੇ ਹਨ ਜਿਨ੍ਹਾਂ ਦੇ ਵਿੱਚ ਉਹ ਇਸ਼ਤਿਹਾਰੀ ਹੈ ਸੀ ਔਰ ਸੀਸੀਡੀ ਨੂੰ ਮਤਲੂਬ ਹੈ ਸੀ। ਜੀ ਦੋਸਤੋ, ਆਮਿਰ ਸ਼ਰਾਜ਼ੀ ਸਾਹਿਬ ਜਿਹੜੇ DSP ਸਨ ਸੀਸੀਡੀ ਦੇ, ਉਹਨਾਂ ਦੇ ਨਾਲ ਕੁਝ ਇਲੀਟ ਫੋਰਸ ਦੇ ਵੀ ਅਹਿਲਕਾਰ ਹੈ ਸਨ ਕਿ ਗੁਲਾਮ ਸ਼ਬੀਰ ਡੋਗਾ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ। ਫਿਰ ਗੁਲਾਮ ਸ਼ਬੀਰ ਡੋਗਾ ਅਸਲਾ ਲੈ ਕੇ ਆਪਣੀ ਛੱਤ ਤੇ ਚੜ੍ਹ ਗਿਆ ਦੂਸਰੀ ਮੰਜ਼ਿਲ ਤੇ ਜਨਾਬ ਔਰ ਉਸ ਨੇ ਬੰਦੂਕਾਂ ਤਾਨ ਲਿੱਤੀਆਂ ਸੀਸੀਡੀ ਪੁਲਿਸ ਦੇ ਸਟਾਫ ਤੇ।
जी दोस्तों, उसने फायरिंग शुरू कर दी और उसने कहा कि जिहड़ा मेरे अल आया मैनू गिरफ्तार करन, मैं उसनू फायर कर देंगा। और फायरिंग तकरीबन 2-2.5 घंटे फायरिंग का तबादला होंदा रहा। सीसीडी पुलिस ही करती रही और गुलाम शब्बीर डोगा भी फायरिंग करता रहा। आखिरकार गुलाम शब्बीर डोगा की सिस्टर और बीवी DSP आमिर शराजी साहब को गई ने कि तुसी फायरिंग रोको, फायरिंग रोक दो। और गुलाम शब्बीर डोगा सलेंडर अपने आप कर देंदा है। और ये अल्फाज सुन के जनाब गुलाम शब्बीर डोगा ने हथियार सुट दिते और अपने आप को कानून के हवाले कर दिता। जी दोस्तों, अगे जाके पता चलता है कि कितने मुकदमे मुलविस आ और इसनू की इदारा सज़ा देंदा है। और ए जनाब दो सनसनीखेज CCD दी कार्रवाइयां तुहाडे नाल डिस्कस कीतियां ने। जी दोस्तों, CCD के हवाले दे नाल और ये जिहड़े क्राइम शुदा अफराद हैं इन्हां दे खिलाफ कमेंट दे विच राय लाजमी दिओ। इसे पैगाम दे नाल सानू इजाज़त दिओ और साडा चैनल सबसक्राइब लाजमी कर लवेआ है। अगले व्लॉग के अंदर मुलाकात होएगी। खुदा हाफिज़।